ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ। ਬਿਲਾਵਲ ਮਹਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਤਾਂ ਵਾਰਾਂ ਦਾ ਵਰਣਨ ਕਰਕੇ ਵੱਖ-ਵੱਖ ਦਿਨਾਂ ਦਾ ਪਰਮਾਤਮਾ ਨਾਲ ਜੋੜਨ ਦਾ ਢੰਗ ਦੱਸ ਰਿਹਾ ਹੈ। 15 ਥਿੱਤਾਂ ਵੀ ਆਪਾਂ ਪਹਿਲਾਂ ਸਰਵਣ ਕੀਤੀਆਂ। ਇਹ 7 ਵਾਰਾਂ ਦੀ ਗੱਲ ਹੁਣ ਗੁਰੂ ਅਮਰਦਾਸ ਮਹਾਰਾਜ ਕਹਿ ਰਿਹਾ। ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੈ ਲਾਏ। ਵੀਰਵਾਰ ਦੁਆਰਾ ਸਤਿਗੁਰੂ ਜੀ ਸਮਝਾ ਰਿਹਾ ਬਈ ਜੀਵ ਜਿਹੜਾ ਉਹ ਭਰਮ ਵਿੱਚ ਭੁੱਲਾ ਹੋਇਆ, ਸੰਸਾਰਕ ਸੁੱਖ ਲੱਭਦਾ, ਇਸ ਕਰਕੇ ਉਹ 52 ਵੀਰਾਂ ਦਾ, ਭੂਤਾਂ ਦਾ, ਪ੍ਰੇਤਾਂ ਦਾ, ਉਹਦੀ ਵਿੱਚ ਸੁੱਖ ਲੱਭਦਾ ਆ, ਉਹਨਾਂ ਦੀ ਪੂਜਾ ਕਰਦਾ ਰਹਿੰਦਾ। ਇਹਨੂੰ ਗੁਰੂ ਸਾਹਿਬ ਕਹਿੰਦੇ ਦੂਜਾ ਭਾਵ। ਇੱਕ ਪਰਮਾਤਮਾ ਦੀ ਅਰਾਧਨਾ, ਇੱਕ ਭੁੱਲੇ ਹੋਏ ਜੀਵ ਦਵੈਤ ਭਾਵ ਵਿੱਚ ਭੂਤਾਂ ਪ੍ਰੇਤਾਂ ਦੀ ਪੂਜਾ ਕਰਦੇ ਰਹਿੰਦੇ। ਗੁਰਦੇਵ ਉਹਨਾਂ ਨੂੰ ਦੁੱਖ ਦਾ ਕਾਰਨ ਦੱਸਦੇ, ਦਵੈਤ ਭਾਵ ਦੱਸਦੇ। ਪਰਮਾਤਮਾ ਤੋਂ ਦੂਰ ਹੋਏ ਹੋਏ ਮਨੁੱਖ ਜਿਹੜੇ ਉਹ ਇਸ ਤਰ੍ਹਾਂ ਵੱਖ-ਵੱਖ ਥਾਵਾਂ ਉੱਤੇ ਜਾ ਕਰਕੇ ਆਪਣੀ ਲਾਲਸਾ ਵਾਸਤੇ, ਤ੍ਰਿਸ਼ਨਾਲੂ ਸੁਭਾਅ ਕਰਕੇ, ਹਉਮੈ ਹੰਕਾਰ ਵਿੱਚ ਗ੍ਰਸਤ ਹੋਣ ਕਰਕੇ ਇਸ ਤਰ੍ਹਾਂ ਪੂਜਾ ਕਰਦੇ ਰਹਿੰਦੇ ਆ। ਆਪ ਪਾਏ ਕਰ ਵੇਖੇ ਇੱਕ ਵੇਖਾ, ਸਭਨਾ ਕਰਤੇ ਤੇਰੀ ਟੇਕਾ। ਹੇ ਵਾਹਿਗੁਰੂ, ਹੇ ਪਰਮਾਤਮਾ, ਹੇ ਕਰਤਾ ਪੁਰਖ, ਤੂੰ ਆਪ ਹੀ ਸਾਰਿਆਂ ਨੂੰ ਪੈਦਾ ਕਰਦਾ, ਆਪ ਹੀ ਸਾਰਿਆਂ ਨੂੰ ਵੇਖ ਰਿਹਾ ਵੀ ਇਹ ਕੀ ਕਰ ਰਿਹਾ। ਹਰ ਇੱਕ ਨੂੰ ਤੇਰਾ ਹੀ ਓਟ ਆਸਰਾ। ਜੀ ਸੰਤ ਤੇਰੀ ਸਰਣਾਈ, ਜੀ ਜੰਤ ਤੇਰੀ ਸਰਣਾਈ, ਸੋ ਮਿਲੇ ਜਿਸ ਲੈ ਮਲਾਈ। ਕਿਉਂਕਿ ਜਿੰਨੇ ਵੀ ਜੀਵ ਜੰਤੂ ਆ ਉਹ ਤੇਰੀ ਸ਼ਰਨ ਵਿੱਚ ਆਏ ਹੋਏ, ਸਾਰੇ ਤੇਰੇ ਪਾਸੋਂ ਸਭ ਕੁਝ ਮੰਗ ਰਿਹਾ। ਕਿਉਂਕਿ ਛਪਾਈ ਕਰਕੇ ਕਈ ਸ਼ਬਦ ਜਿਹੜੇ ਉਹ ਗਲਤ ਲਿਖੇ ਜਾਂਦੇ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਿੱਖਿਆ ਦੇ ਰਿਹਾ ਵੀ ਜਿੰਨੀ ਵੀ ਸ੍ਰਿਸ਼ਟੀ ਆ, ਜਿੰਨੇ ਵੀ ਜੀਵ ਜੰਤ ਸੰਸਾਰ ਜਗਤ 'ਤੇ ਪੈਦਾ ਹੋਏ ਆ, ਉਹ ਸਾਰੇ ਤੇਰੇ ਬਣਾਏ ਹੋਏ। ਇਹਨਾਂ ਵਿੱਚੋਂ ਜਿਹੜਾ ਜੀਵ ਭਾਵ ਤੋਂ ਉੱਪਰ ਉੱਠ ਕੇ ਪੂਜਾ ਪਰਮਾਤਮਾ ਦੀ ਕਰਦਾ, ਉਹਦੇ 'ਤੇ ਕਿਰਪਾ ਬਖਸ਼ਿਸ਼ ਹੋ ਜਾਂਦੀ, ਉਹ ਤੈਨੂੰ ਮਿਲ ਪੈਂਦਾ, ਤੇਰੇ ਵਿੱਚ ਭੇਦ ਹੋ ਜਾਂਦਾ। ਸੋ ਮਿਲੇ ਜਿਸ ਲੈ ਮਲਾਈ। ਜਿਹਦੇ ਉੱਤੇ ਤੂੰ ਕਿਰਪਾ ਕਰ ਦੇਵੇਂ, ਬਖਸ਼ਿਸ਼ ਕਰ ਦੇਵੇਂ, ਉਹ ਤੈਨੂੰ ਮਿਲ ਪੈਂਦਾ, ਉਹ ਫਿਰ ਸੁਖੀ ਹੋ ਜਾਂਦਾ। ਜਿਹੜਾ ਸੰਸਾਰ ਜਗਤ ਉੱਤੇ ਦਵੈਤ ਭਾਵ ਵਿੱਚ ਲੱਗਾ ਹੋਇਆ, ਉਹ ਸਦਾ ਵਾਸਤੇ ਦੁਖੀ ਰਹਿੰਦਾ। ਸ਼ੁੱਕਰਵਾਰ ਪ੍ਰਭ ਰਿਹਾ ਸਮਾਈ, ਆਪ ਪਾਏ ਸਭ ਕੀਮਤ ਪਾਈ। ਸ਼ੁੱਕਰਵਾਰ ਦੁਆਰਾ ਸਿੱਖਿਆ ਦੇ ਰਿਹਾ, ਹੇ ਪ੍ਰਭੂ, ਤੂੰ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਪੂਰਨ ਦਾ ਪੂਰਨ ਹਰ ਇੱਕ ਦੇ ਅੰਦਰ ਰਹਿ ਰਿਹਾ।
आप पाए सब कीमत पाई। आप ही आप जी ने सृष्टि पैदा की ते आप ही सबना दी कीमत पाउणा जानते जो, क्योंकि आप सतस्वरूप जे सब दे हृदय अंदर पूर्ण दे पूर्ण विराजमान जे। गुरमुख होवे सो करे विचार, सच संयम करनी है सार। ਜਿਹੜਾ गुरु की मत सिख लेंदा गुरमुख बन जाता, गुरसिख बन जाता, भगत बन जाता। वो इस तरह विचार करता है सृष्टि की, भई दुख रूप कर्म करांगे तो दुखों में फस जावांगे। रसना वाहिगुरु का जाप करूगी तो सुख की प्राप्ति होगी। ਇਹੋ ਰਸਨਾ द्वैत भाव ਵਿੱਚ ਲਾ ਕੇ ਵੈਰ ਵਿਰੋਧ ਦੇ ਵਿਚਾਰ ਰੱਖ ਕੇ ਈਰਖਾ द्वेष ਦੇ ਖਿਆਲ ਰੱਖ ਕੇ ਤ੍ਰਿਸ਼ਨਾ ਤੇ ਲੋਭ ਦੇ ਖਿਆਲਾਂ ਵਿੱਚ ਫਸ ਕੇ ਮਨ ਮੁਕਤਾ ਹਿਰਦੇ ਅੰਦਰ ਆ ਜਾਵੇਗੀ। ਸੱਚ ਸੰਜਮ ਕਰਨੀ ਹੈ ਸਾਰ। ਔਰ ਗੁਰੂ ਦੀ ਮੱਤ ਗ੍ਰਹਿਣ ਕਰਨ ਵਾਲੇ ਜਿਹੜੇ ਉਹ ਕਰਮ ਤੇ ਕਰਦੇ, ਨਿਸ਼ਕਾਮ ਕਰਦੇ, ਕਰਮਾਂ ਦੀ ਖਿੱਚ ਉਹਨਾਂ ਨੂੰ ਦੁਖੀ ਨਹੀਂ ਕਰਦੀ। ਉਹ ਸੱਚ ਉੱਤੇ ਟਿਕੇ ਰਹਿੰਦੇ, ਸੰਯਮ ਉੱਤੇ ਟਿਕੇ ਰਹਿੰਦੇ। ਉਹ ਲਾਲਸਾ ਨੂੰ ਵਧਾਉਂਦੇ ਨਹੀਂ। ਉਹ ਗੁਰੂ ਸ਼ਬਦ ਦੀ ਵਿਚਾਰ ਕਰਦੇ ਰਹਿੰਦੇ। ਇਸ ਕਰਕੇ ਉਹਨਾਂ ਨੂੰ ਗੁਰਮੁਖ ਆਖਿਆ ਜਾਂਦਾ। ਗੁਰਮੁਖ ਹੋਵੇ ਸੋ ਕਰੇ ਵਿਚਾਰ, ਸੱਚ ਸੰਯਮ ਕਰਨੀ ਹੈ ਸਾਰ। ਇਸ ਤਰੀਕੇ ਦੇ ਨਾਲ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਸਮਝਣ ਨਾਲ ਫਿਰ ਉੱਤਮ ਮਨੁੱਖ ਵਾਹਿਗੁਰੂ ਨਾਲ, ਪਰਮਾਤਮਾ ਨਾਲ, ਪਰਮੇਸ਼ਰ ਨਾਲ ਜੁੜ ਜਾਂਦਾ। ਸੱਚਾਈ ਸਮਝ ਲੈਂਦਾ। ਵਰਤ ਨੇਮ ਨਿਤਾ ਪ੍ਰਤੀ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ। ਜੇ परमात्मा प्रति जानकारी ना होवे, सत्संगत ना करे, शरीर नूं नाशवान ना जाने। वाहिगुरु परमेश्वर हर हिरदे अंदर पूर्ण दा पूर्ण विराजमान आ। इको एक भगवान सारियां दे हिरदे अंदर रहिंदा। इस तरीके नाल ना करे, गुरमुखताई हासिल ना करे ते लगा रवे वर्त नेम निता प्रति पूजा। रोज वर्त रखने, इधर उधर भूतां प्रेतां दे जाना, द्वैत भाव विच फसे रहना, नाम ज्ञान दे बूझे तो बिना, बिन बूझे भाव है दूजा। हुंड करके दस रहा इस तरह द्वैत भाव विच मनुख फस जांदा ते फिर सदा ही दुखी रहिंदा। दसम पातशाह महाराज के विचार सरवण कर रहे सां ते जिहड़ा मनुख शरीर नाल जुड़िया होया वो कदी सुखी नहीं हुंदा ते जिहड़ा परमात्मा नाल जुड़िया होया वो सदा वास्ते सुखी है। धन गुरु अमरदास महाराज फरमान कर रहा है, गुरमुख होवे सो करे विचार, सच संयम करनी है कार। सबर संतोख ते टेगिया जिहड़ा इस सच झूठ की विचार करदा, शरीर नालों उपर उठ जांदा। परमात्मा की, वाहिगुरू की उहदे ते किरपा बख्शिश हो जाती। क्यों? क्योंकि वह परमात्मा की सेवा करदा, पूजा परमेश्वर की करदा, शरीर की उम्मीद का त्याग कर देंदा। सतगुर सेवे से वड भागी, सतगुर सेवै 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 से वड भागी।
ਹਉਮੈ ਮਾਰ ਸੱਚ ਲਿਵ ਲਾਗੀ, ਹਉਮੈ ਮਾਰ ਸੱਚ ਲਿਵ ਲਾਗੀ। ਹਉਮੈ ਮਾਰ ਸੱਚ ਲਿਵ ਲਾਗੀ, ਹਉਮੈ ਮਾਰ ਸੱਚ ਲਿਵ ਲਾਗੀ। ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੇਰੇ ਰੰਗ ਰਾਤੇ ਸਹਿਜ ਸੁਭਾਏ। ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੇਰੇ ਰੰਗ ਰਾਤੇ ਸਹਿਜ ਸੁਭਾਏ। ਤੂੰ ਸੁਖ ਦਾਤਾ ਲਹਿ ਮਲਾਏ, ਤੂੰ ਸੁਖ ਦਾਤਾ ਲਹਿ ਮਲਾਏ। ਤੂੰ ਸੁਖ ਦਾਤਾ ਲੈ ਮਿਲਾਏ, ਤੂੰ ਸੁਖ ਦਾਤਾ ਲੈ ਮਿਲਾਏ। ਇਕਸ ਤੇ ਦੂਜਾ ਨਾਹੀ ਕੋਏ, ਇਕਸ ਤੇ ਦੂਜਾ ਨਾਹੀ ਕੋਏ। ਇਕਸ ਤੇ ਦੂਜਾ ਨਾਹੀ ਕੋਏ, ਇਕਸ ਤੇ ਦੂਜਾ ਨਾਹੀ ਕੋਏ। ਗੁਰਮੁਖ ਬੂਝੈ ਸੋਜੀ ਹੋਏ, ਗੁਰਮੁਖ ਬੂਝੈ ਸੋਜੀ ਹੋਏ। ਗੁਰਮੁਖ ਬੂਝੈ ਸੋਜੀ ਹੋਏ, ਗੁਰਮੁਖ ਬੂਝੈ ਸੋਜੀ ਹੋਏ। ਸਤਿਗੁਰੂ ਜੀ ਇਸ ਤਰ੍ਹਾਂ ਗੁਰਮੁਖਾਂ ਦੇ ਗੁਣ ਵਰਣਨ ਕਰਕੇ ਸਿੱਖਿਆ ਦੇ ਰਿਹਾ ਹੈ। ਮਨਮੁਖਾਂ ਦੀ ਹਾਲਤ ਵੀ ਦੱਸ ਰਿਹਾ। ਸਨਿਚਰਵਾਰ ਸੌਣ ਸਾਸਤ ਵਿਚਾਰ, ਹਉਮੈ ਮੇਰਾ ਭਰਮੈ ਸੰਸਾਰ। ਮਨਮੁਖ ਦੂਜਾ ਦੂਜੇ ਭਾਏ, ਜਮਦਰ ਬਾਧਾ ਚੋਟਾਂ ਖਾਏ। ਸਨਿਚਰਵਾਰ ਦੁਆਰਾ ਸਿੱਖਿਆ ਦੇ ਰਿਹਾ ਵੀ ਸ਼ਾਸਤਰਾਂ ਦੇ ਵਿੱਚ ਜੋ ਵਿਚਾਰ ਲਿਖੇ ਹੋਏ ਆ ਉਹਨਾਂ ਨੂੰ ਸੁਣਦਾ, ਉਹਨਾਂ ਨੂੰ ਪੜ੍ਹਦਾ ਵੀ ਆ, ਪਰ ਗੁਰੂ ਉਪਦੇਸ਼ ਤੋਂ ਬਿਨਾਂ ਜੋ ਵਿਚਾਰਾਂ ਕਰਦਾ ਰਹਿੰਦਾ ਦਵੈਤ ਭਾਵ ਦੀਆਂ, ਹੰਗਤਾ ਦੀਆਂ, ਮਮਤਾ ਦੀਆਂ, ਮੇਰ ਤੇਰ ਦੀਆਂ, ਇਸ ਤਰ੍ਹਾਂ ਸੰਸਾਰ ਜਗਤ ਉੱਤੇ ਭੁੰਦਾ ਹੋਇਆ ਦੁਖੀ ਰਹਿੰਦਾ। ਉਹਨੂੰ ਗੁਰਦੇਵ ਕਹਿ ਰਿਹਾ ਮਨਮੁਖ ਅੰਧਾ ਦੂਜੇ ਭਾਏ। ਬੇਸਮਝੀ ਕਰਕੇ, ਅਗਿਆਨ ਕਰਕੇ ਦਵੈਤ ਵਿੱਚ ਫਸਿਆ ਰਹਿੰਦਾ। ਇਹ ਨਹੀਂ ਹੁੰਦੀ ਜਮਦਰ ਬਾਧਾ ਚੋਟਾਂ ਖਾਏ। ਸਰੀਰ ਛੱਡ ਕੇ ਜਾਊਗਾ ਤੇ ਫਿਰ ਜਿਹੜੀਆਂ ਜਿਹੜੀਆਂ ਵਿਚਾਰਾਂ, ਜਿਹੜੇ ਜਿਹੜੇ ਖਿਆਲ, ਜੇ ਇਸ ਢੰਗ ਨਾਲ ਸੰਸਾਰ ਜਗਤ ਉੱਤੇ ਰਹਿ ਕੇ ਪੂਜਾ ਕਰਦਾ ਰਿਹਾ, ਜਿਹਦੀ ਪੂਜਾ ਕਰਦਾ ਰਿਹਾ, ਉਧਰਲੇ ਬੰਨੇ ਚਲਾ ਜਾਵੇਗਾ। ਜੇ ਤੇ ਪੂਜਾ ਕੀਤੀ ਭੂਤਾਂ ਪ੍ਰੇਤਾਂ ਦੀ ਤੇ ਭੂਤ ਪ੍ਰੇਤ ਬਣ ਜਾਵੇਗਾ। ਜੇ ਪੂਜਾ ਕੀਤੀ ਪਰਮਾਤਮਾ ਦੀ ਤੇ ਪਰਮਾਤਮਾ ਵਿੱਚ ਅਭੇਦ ਹੋ ਜਾਵੇਗਾ। ਗੁਰ ਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸਾਚ ਲਿਵ ਲਾਏ। ਗੁਰ ਪ੍ਰਸਾਦੀ ਸਦਾ ਸੁਖ ਪਾਏ, ਗੁਰੂ ਦੀ ਕਿਰਪਾ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਸਦਾ ਸੁਖੀ ਰਹੇਗਾ ਤੇ ਜੁਗਤੀ ਸਿੱਖ ਲਵੇਗਾ। ਸੱਚ ਕਰਨੀ ਸਾਚ ਲਿਵ ਲਾਏ, ਕਾਰ ਵਿਹਾਰ ਸ਼ੁੱਧ ਕਰਨ ਦੀ ਜਾਚ ਸਿੱਖ ਲਵੇਗਾ। ਕਰਮ ਸ਼ੁਭ ਕਰਦਾ ਹੋਇਆ ਕਰਮਾਂ ਵਿੱਚ ਖਿੱਚ ਨਹੀਂ ਰੱਖੇਗਾ, ਸੰਸਾਰ ਨਾਲ ਨਹੀਂ ਜੁੜੇਗਾ, ਨਿਤ ਵਾਹਿਗੁਰੂ ਨਾਲ ਜੁੜਿਆ ਹੋਇਆ ਸੁਖੀ ਰਹੇਗਾ। ਸਤਿਗੁਰ ਸੇਵੇ ਸੇ ਵੱਡ ਭਾਗੀ, ਹਉਮੈ ਮਾਰ ਸੱਚ ਲਿਵ ਲਾਗੀ। ਜੋ ਸਤਿਗੁਰੂ ਨੂੰ ਸੇਵਦੇ ਭਾਵ ਗੁਰੂ ਦੇ ਵਚਨਾਂ ਨੂੰ ਸੱਤ ਕਰਕੇ ਮੰਨਦੇ, ਸਿੱਖ ਕੇ ਅਮਲ ਕਰਦੇ, ਫਿਰ ਉਹਦੇ ਤੇ ਚੱਲ ਪੈਂਦੇ, ਪਰਮੇਸ਼ਰ ਨਾਲ ਪ੍ਰੇਮ ਕਰਦੇ, ਉਹ ਵੱਡਿਆਂ ਭਾਗਾਂ ਵਾਲੇ। ਜਿਨ੍ਹਾਂ ਨੇ ਸਰੀਰ ਦੀ ਹਉਮੈ ਨੂੰ ਖਤਮ ਕਰ ਦਿੱਤਾ, ਵਾਹਿਗੁਰੂ ਨਾਲ ਚਿੱਤ ਬਿਰਤੀ ਲਾਉਣਾ ਕੀਤੀ, ਉਹ ਤੁਮ ਭਾਗਾਂ ਵਾਲੇ। ਤੇਰੇ ਰੰਗ ਰਤੇ ਸਹਿਜ ਸੁਭਾਏ, ਤੂੰ ਸੁਖ ਦਾਤਾ ਲਹਿ ਮਲਾਏ। ਜਿਹੜੇ ਤੇਰੇ ਨਾਮ ਵਿੱਚ ਰੰਗੇ ਹੋਏ ਆ ਉਹ ਸਦਾ ਸੁਖੀ ਰਹਿੰਦੇ, ਪਰਮੇਸ਼ਰ ਦਾ ਵਾਹਿਗੁਰੂ ਦਾ ਜਾਪ ਕਰਦੇ, ਸਤ ਸੰਗਤ ਕਰਦੇ ਤੇ ਬਾਰ-ਬਾਰ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ। ਉਹਨਾਂ ਨੂੰ ਤੂੰ ਆਪਣਾ ਬਣਾ ਲੈਣਾ,
ਆਪਣੇ ਵਿੱਚ ਮਿਲਾ ਲੈਣਾ। हे प्रभु तू सारिਆਂ ਨੂੰ सुख देने वाला, सारिਆਂ ਨੂੰ शांति बख्शण वाला। एक स्ते दूजा नाहि कोए, गुरमुख बूझै सोझी होए। ਜਿਹੜਾ ਗੁਰੂ ਦਾ ਪਿਆਰਾ ਇਹ ਸਮਝ ਲੈਂਦਾ ਵੀ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ, ਉਹ ਉੱਤਮ ਗੁਰਸਿੱਖਿਆ, ਉੱਤਮ ਗੁਰਮੁਖਿਆ, ਸੋਝੀ ਵਾਲਾ ਮਨੁੱਖਿਆ, ਉਹਦੇ ਅੰਦਰ ਗਿਆਨ ਪ੍ਰਗਟ ਹੋ ਆਉਂਦਾ, ਵਾਹਿਗੁਰੂ ਦੀ ਉੱਤੇ ਕਿਰਪਾ ਬਖਸ਼ਿਸ਼ ਹੋ ਜਾਂਦੀ, ਉਹ ਸਦਾ ਸੁਖੀ ਰਹਿੰਦਾ। ਕਿਉਂਕਿ ਉਹ ਜਾਣਦਾ ਵੀ ਇੱਕੋ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਹੈ ਨਹੀਂ। 15 ਥਿਤੀ ਤੈਂ 7 ਵਾਰ, ਮਹਾਰੁਤੀ ਆਵੈ ਵਾਰੋ ਵਾਰ। ਦਿਨ ਸਰੈਣ ਤੇ ਮੈਂ ਸੰਸਾਰ, ਆਵਾ ਗਾਉਣ ਕੀਆ ਕਰਤਾਰ। ਧੰਨ ਗੁਰੂ ਅਮਰਦਾਸ ਮਹਾਰਾਜ ਜੀ 7 ਵਾਰ ਲਿਖਦੇ ਹੋਏ ਫਰਮਾਨ ਕਰਦੇ ਵੀ ਇਸ ਤਰ੍ਹਾਂ 15 ਥਿਤਾਂ ਬਦਲਦੀਆਂ ਰਹਿੰਦੀਆਂ, 7 ਵਾਰ ਬਾਰ-ਬਾਰ ਬਦਲਦੇ ਰਹਿੰਦੇ, ਮਹੀਨੇ ਆਉਂਦੇ ਰਹਿੰਦੇ, ਜਾਂਦੇ ਰਹਿੰਦੇ, ਦਿਨ ਰਹਿਣ ਬਣਦੇ, ਖਤਮ ਹੁੰਦੇ ਰਹਿੰਦੇ। ਵਾਹਿਗੁਰੂ ਨੇ, ਪਰਮਾਤਮਾ ਨੇ ਇਸ ਤਰ੍ਹਾਂ ਇਹ ਆਵਾਗੁਣ ਚੱਕਰ ਬਣਾਇਆ ਹੋਇਆ। ਜੀਵੇ ਤੇ ਜੰਮਦੇ ਮਰਦੇ, ਆਉਂਦੇ ਤੇ ਜਾਂਦੇ। ਨੇਚਲ ਸਾਚ ਰਹਿ ਕਲ ਧਾਰ, ਨਾਨਕ ਗੁਰਮੁਖ ਬੂਝੇ ਕੋ ਸ਼ਬਦ ਵਿਚਾਰ। ਜੋ ਮਾਇਆ ਵਿੱਚ ਗਲਤਾਂ ਨੇ ਉਹ ਦੁਖੀ ਰਹਿੰਦਾ, ਤੇ ਜੋ ਸੱਚਾਈ ਨੂੰ ਸਮਝ ਲੈਂਦਾ, ਗੁਰੂ ਉਪਦੇਸ਼ ਸਿੱਖ ਕੇ ਆਪਣੇ ਮਨ ਨੂੰ ਪਰਮੇਸ਼ਰ ਨਾਲ ਜੋੜਦਾ, ਉਹ ਸੁਖੀ ਹੋ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਅੱਜ ਦੇ ਬਚਨਾਂ ਦੇ ਅੰਦਰ ਸਾਨੂੰ ਸੱਚ ਤੇ ਝੂਠ ਦਾ ਵਰਣਨ ਕਰਕੇ ਸਮਝਾਉਣ ਦਾ ਯਤਨ ਕੀਤਾ। ਤੁਸੀਂ ਦ્વੈਤ ਭਾਵ ਵਿੱਚ ਲੱਗੇ ਜੇ, ਬੁਰੇ ਵਿਚਾਰਾਂ 'ਚ ਲੱਗੇ ਜੇ, ਤ੍ਰਿਸ਼ਨਾ ਤੇ ਲਾਲਚ ਕਰਕੇ ਸਮਝ ਨਹੀਂ ਆਇਆ ਵੀ ਸਤਿਗੁਰੂ ਦੀ ਸੰਗਤ ਕਰਨੀ ਜ਼ਰੂਰੀ ਆ, ਸਤ ਸੰਗਤ ਵਿੱਚੋਂ ਤੁਮ ਬਚਨ ਸਿੱਖਣੇ ਜ਼ਰੂਰੀ ਆ। ਇੱਧਰ ਉੱਧਰ ਭਟਕਦੇ ਫਿਰਦੇ ਜੇ ਤੇ ਫਿਰ ਮਾਇਆ ਜਾਲ ਵਿੱਚ ਫਸ ਕੇ ਦੁਖੀ ਹੋਵੋਗੇ, ਫਿਰ ਮਨ ਮੁੱਕ ਜੇ। ਤੇ ਜੇ ਗੁਰੂ ਦੀ ਬਾਤ ਗ੍ਰਹਿਣ ਕੀਤੀ, ਪਰਮੇਸ਼ਰ ਦਾ ਜਾਪ ਕੀਤਾ, ਤੇ ਫਿਰ ਸਦਾ ਸੁਖੀ ਜੀ। ਤੇ ਸੁਖੀ ਉਹ ਹੀ ਆ ਜਿਹੜਾ ਇਹ ਸੱਚਾਈ ਜਾਣ ਲੈਂਦਾ, ਏਕ ਸਤੇ ਦੂਜਾ ਨਾਹੀਂ ਕੋਏ, ਗੁਰਮੁਖ ਬੂਝੈ ਸੋਝੀ ਹੋਏ। ਜਿਹੜਾ ਜਾਣ ਲੈਂਦਾ ਪ੍ਰਭੂ ਤੋਂ ਬਿਨਾਂ ਹੋਰ ਕੋਈ ਹੈ ਨਹੀਂ, ਸਾਰੀ ਸ੍ਰਿਸ਼ਟੀ ਨੂੰ ਸਾਜਣਾ ਕਰਨ ਵਾਲਾ ਸ੍ਰਿਸ਼ਟੀ ਦੀ ਵਾਹਿਗੁਰੂ ਪਰਮੇਸ਼ਰ ਆ। ਉਹਦੀ ਸਿਫਤ ਸਲਾਹ ਕਰਨੀ ਚਾਹੀਦੀ, ਉਹਦਾ ਜਾਪ ਕਰਨਾ ਚਾਹੀਦਾ। ਸਤਿਗੁਰ ਸੇਵੇ ਸੇ ਬੜ ਭਾਗੀ, ਸਤਿਗੁਰ ਸੇਵੇ ਸੇ ਬੜ ਭਾਗੀ, ਸਤਿਗੁਰ ਸੇਵੇ ਸੇ ਬੜ ਭਾਗੀ, ਸਤਿਗੁਰ ਸੇਵੇ ਸੇ ਬੜ ਭਾਗੀ। ਹਉਮੈ ਮਾਰ ਸੱਚ ਲਿਵ ਲਾਗੀ, ਹਉਮੈ ਮਾਰ ਸੱਚ ਲਿਵ ਲਾਗੀ, ਹਉਮੈ ਮਾਰ ਸੱਚ ਲਿਵ ਲਾਗੀ, ਹਉਮੈ ਮਾਰ ਸੱਚ ਲਿਵ ਲਾਗੀ। ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੇਰੇ ਰੰਗ ਰਾਤੇ ਸਹਿਜ ਸੁਭਾਏ, ਤੇਰੇ ਰੰਗ ਰਾਤੇ ਸਹਿਜ ਸੁਭਾਏ। ਤੂੰ ਸੁਖ ਦਾਤਾ ਲਹਿ ਮਲਾਏ, ਤੂੰ ਸੁਖ ਦਾਤਾ ਲਹਿ ਮਲਾਏ, ਤੂੰ ਸੁਖ ਦਾਤਾ ਲਹਿ ਮਿਲਾਏ, ਤੂੰ ਸੁਖ ਦਾਤਾ ਲਹਿ ਮਲਾਏ। ਸਤਿਗੁਰੂ ਜੀ ਕਿਰਪਾ ਕਰਨ। ਗੁਰਦੇਵ ਫਰਮਾਨ ਕਰਦੇ, ਜਿਹੜੇ ਜਾਪ ਕਰਦੇ, ਜਿਹੜੇ ਸਤਿਗੁਰੂ ਪਾਸੋਂ ਤੋਂ ਵਿਚਾਰ ਸਿੱਖਦੇ, ਉਹ ਵੱਡਿਆਂ ਭਾਗਾਂ ਵਾਲੇ ਆ। ਆਪਾਂ ਵੀ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਨਾਮ ਜਪੀਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।